सतनाम श्री वाहिगुरु साहिब जीओ। बास कियो बखिया न सो बैठ कै, ऐसे ही ऐसे सो वास बतायूं। साच कहूं सुन लियो सबे, जिन प्रेम कियो तिन्हि प्रभ पायो। दो कालम परनासी दयालम स्वरूपे, सदा अंग संगे अपंगं बेभूते। सदा अंग संगे अपंगं बेभूते। जुगो जुगटल चवर छद्र दखर दे मालक, दसां पातशाहियां दी जोत, हाजर नाजर श्री गुरु ग्रंथ साहिब महाराज दे पावन पवित्र सतगुरां दे सन्मुख हजूरी अंदर जुड़ बैठे गुरु प्यारे गुरु सवारी गुरु के साजी, साज के निवाजी गुरु का खास रूप खालसा साध संग जीओ। आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बैठन की कृपालता करिए। समय और श्वासां नूं सफला करिए। सतगुरां दीयां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार कथा विचार सरवण कीती है, इथों तक सी कि जिस वेले सतगुरु गुरु हरगोबिंद महाराज छेवें पातशाह मेरी पीरी दे मालक कृपालू दयालू सतगुरु जी अमृतसर दी धरती ते विराजमान है ते सतगुरु जी बेअंत बख्शिशां रहमतां बरता रहे ने। ते सतगुरु जी दे पुत्र बाबा सूरज मल जी जिन्हां दे ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਉਹਨਾਂ ਨੂੰ ਸ਼ਗਨਾਂ ਦੀ ਪ੍ਰਾਪਤੀ ਹੋਈ ਹੈ। ਸ਼ਗਨ ਵਿਹਾਰ ਕੀਤੇ ਗਏ ਆ ਤੇ ਹੁਣ ਇਹਨਾਂ ਦੇ ਸਹੁਰਾ ਸਾਹਿਬ ਸਤਿਗੁਰ ਦੇ ਸੇਵਕ ਪਿਆਰੇ ਭਾਈ ਪ੍ਰੇਮ ਚੰਦ ਜੀ ਜੋ ਕਿ ਕਰਤਾਰਪੁਰ ਦੀ ਧਰਤੀ ਦੇ ਨਜ਼ਦੀਕ ਉਹਨਾਂ ਦਾ ਸਥਾਨ ਨੇ ਰਹਿੰਦੇ ਆ ਤੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਕਹਿੰਦੇ ਹੁਣ ਕਾਫੀ ਸਮਾਂ ਹੋਇਆ ਬਾਬਾ ਸੂਰਜ ਮੱਲ ਜੀ ਨੂੰ ਸ਼ਗਨ ਲਾਇਆ ਨੂੰ ਤੇ ਇੱਕ ਦਿਨ ਕਹਿੰਦੇ ਕਰਤਾਰਪੁਰ ਦੀ ਧਰਤੀ ਤੇ ਪ੍ਰੇਮ ਚੰਦ ਜੀ ਸਤਿਗੁਰ ਦੇ ਸੇਵਕ ਪਿਆਰੇ ਨੇ ਵਿਚਾਰ ਕੀਤੀ ਹੈ ਕਿ ਕਿਉਂ ਨਾ ਹੁਣ अपनी पुत्री दे विआह आनंद कारज करवाए जान सूरज मल जी दे नाल ते विआह दी दिन तरीक है जिहड़ी पक्की रख दित्ती जावे, नियुक्त कीती जावे। उस वेले भाई प्रेम चंद जी ने करतारपुर दी धरती ते जो सतगुर दे बड़े पुत्र श्री गुरदित्ता जी जिन्हां दे उत्ते पूर्ण सतगुर दी बख्शिश रहमत है, जो कि करतारपुर दी धरती दे सतगुर दे कहण ते रह रही है। उथों दी संगत बाबा गुरदित्ता जी श्री गुरदित्ता जी नूं पूर्ण सत्कार पे करदी है। उथों दी संगत उन्हां दा पूरा आदर मान सत्कार करदी जिवें सतगुरु हरगोबिंद महाराज छेवें पातशाह सतगुरु जी है।
ਇਸੇ ਤਰ੍ਹਾਂ ਸੰਗਤ ਬਾਬਾ ਗੁਰਦਿੱਤਾ ਜੀ ਨੂੰ ਪੂਰਨ ਤੌਰ ਤੇ ਸਤਿਗੁਰ ਦੇ ਰੂਪ ਜਾਣਦੇ, ਉਹਨਾਂ ਦਾ ਸਤਿਕਾਰ ਕਰਦੀ ਹੈ। ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਬਾਬਾ ਗੁਰਦਿੱਤਾ ਜੀ ਵੀ ਉੱਥੇ ਬਖਸ਼ਿਸ਼ਾਂ ਰਹਿਮਤਾਂ ਵਰਤਾ ਰਹੇ ਨੇ, ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ, ਗੁਰਬਾਣੀ ਨਾਲ ਜੋੜ ਰਹੇ ਨੇ, ਸਿੱਖੀ ਦੀ ਪੂਰਨ ਤੌਰ ਤੇ ਸੰਗਤਾਂ ਨੂੰ ਪ੍ਰਦਾਨਗੀ ਦੇ ਰਹੇ ਨੇ, ਸਿੱਖੀ ਦਾ ਪ੍ਰਚਾਰ ਪੇ ਕਰਦੇ ਨੇ। ਇਦਾਂ ਕਰਕੇ ਬਾਬਾ ਗੁਰਦਿੱਤਾ ਜੀ ਕਰਤਾਰਪੁਰ ਦੀ ਧਰਤੀ ਤੇ ਬਿਰਾਜਮਾਨ ਹੈ, ਸ਼ਸ਼ੋਭਤ ਹੈ। ਤੇ ਭਾਈ ਪ੍ਰੇਮ ਚੰਦ ਜੀ ਨੇ ਕਹਿੰਦੇ ਸਤਿਗੁਰ ਦੇ ਵੱਡੇ ਪੁੱਤਰ ਸ੍ਰੀ ਗੁਰਦਿੱਤਾ ਜੀ ਦੇ ਨਾਲ ਵਿਚਾਰ ਕੀਤੀ। ਉਹ ਕਹਿਣ ਲੱਗੇ ਤੁਸੀਂ ਕਿਰਪਾ ਕਰੋ, ਜੇਕਰ ਆਪਾਂ ਸ੍ਰੀ ਸੂਰਜ ਮੱਲ ਜੀ ਦੇ ਨਾਲ ਮੇਰੀ ਪੁੱਤਰੀ ਦਾ ਵਿਆਹ ਆਨੰਦ ਕਾਰਜ ਕਰ ਦਈਏ, ਸ਼ਗਨ ਲਾਇਆ ਨੂੰ ਸਮਾਂ ਹੋ ਗਿਆ। ਤੇ ਸ੍ਰੀ ਗੁਰਦਿੱਤਾ ਜੀ ਦੇ ਕੋਲ ਜਦੋਂ ਪ੍ਰੇਮ ਚੰਦ ਜੀ ਨੇ ਬੇਨਤੀ ਕੀਤੀ ਤੇ ਉਹਨਾਂ ਦੇ ਮਨ ਵਿੱਚ ਖੁਸ਼ੀ ਪ੍ਰਾਪਤ ਹੋਈ ਹੈ। ਉਹ ਕਹਿੰਦੇ ਵਾਕਈ ਇਹ ਸਮਾਂ ਵਿਚਾਰ ਲੈਣਾ ਚਾਹੀਦਾ। ਉਸ ਵੇਲੇ ਚੰਗੇ ਵਿਦਵਾਨ ਪੰਡਿਤ ਨੂੰ ਬੁਲਾਇਆ ਗਿਆ, ਸਾਹੇ ਲਿਖੇ ਗਏ। ਸਾਹਾ ਲਿਖ ਕੇ ਸ੍ਰੀ ਗੁਰਦਿੱਤਾ ਜੀ ਦੇ ਨਾਲ ਕਹਿੰਦੇ ਉਹ ਪੰਡਿਤ ਅੰਮ੍ਰਿਤਸਰ ਦੀ ਧਰਤੀ ਵੱਲ ਰਵਾਨਗੀ ਪ੍ਰਾਪਤੀ ਕੀਤੀ। ਉਹਨਾਂ ਨੇ ਸਤਿਗੁਰ ਦੇ ਕੋਲੇ ਮੈਸੇਜ ਇਹ ਸੁਨੇਹਾ ਲੈ ਕੇ ਜਾਣ ਦੀ ਵਿਚਾਰ ਕੀਤੀ ਹੈ। ਵਿਸਾਖ ਦੇ ਮਹੀਨੇ ਦੇ ਵਿੱਚ 21 ਤਰੀਕ ਨੂੰ ਕਹਿੰਦੇ ਸ੍ਰੀ ਗੁਰਦਿੱਤਾ ਜੀ ਦੇ ਵਿਆਹ ਆਨੰਦ ਕਾਰਜ ਕਰਨ ਦੀ ਵਿਚਾਰ, ਵਾਹਿਗੁਰੂ ਸੂਰਜ ਮੱਲ ਜੀ ਦੇ ਵਿਆਹ ਆਨੰਦ ਕਾਰਜ ਕਰਨ ਦੀ ਵਿਚਾਰ ਰੱਖੀ ਹੈ। ਤੇ ਉਸ ਵੇਲੇ ਉਹ ਪੰਡਿਤ ਸ੍ਰੀ ਗੁਰਦਿੱਤਾ ਜੀ ਨਾਲ ਗਏ ਨੇ। ਇਹਨਾਂ ਦੀ ਪਤਨੀ ਸਤਿਕਾਰਯੋਗ ਅਨੰਤੀ ਜੀ, ਇਹਨਾਂ ਦਾ ਪੁੱਤਰ ਜੋ ਕਿ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਦੇ ਨਾਲ ਪ੍ਰਾਪਤ ਹੋਇਆ, ਧੀਰ ਮੱਲ। ਇਹ ਚਾਰੋਂ ਜਣੇ ਕਹਿੰਦੇ ਨਾਲ ਕੁਝ ਕੁ ਸੇਵਕ ਨੇ ਅੰਮ੍ਰਿਤਸਰ ਦੀ ਧਰਤੀ ਵੱਲ ਰਵਾਨਗੀ ਪ੍ਰਾਪਤ ਕੀਤੀ ਹੈ। ਹੁਣ ਰਾਸਤੇ ਵਿੱਚ ਤੁਰੇ ਜਾਂਦੇ ਨੇ, ਪੜਾਓ ਕਰਦੇ ਕਰਦੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੋਈ, ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਨੇ ਤੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਪ੍ਰਾਪਤ ਕੀਤੇ, ਬੜਾ ਆਨੰਦ ਪ੍ਰਾਪਤ ਕੀਤਾ, ਖੁਸ਼ੀ ਪ੍ਰਾਪਤ ਕੀਤੀ ਹੈ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰੂ ਜੀ ਜਿਸ ਵੇਲੇ ਸ੍ਰੀ ਗੁਰਦਿੱਤਾ ਜੀ ਨੂੰ ਉਹਨਾਂ ਨੇ ਦੇਖਿਆ, ਬੜਾ ਉਹਨਾਂ ਦੇ ਨਾਲ ਪਿਆਰ ਕੀਤਾ, ਲਾਡ ਕੀਤਾ। ਆਪਣੇ ਪੁੱਤਰ ਵੱਡੇ ਪੁੱਤਰ ਸ੍ਰੀ ਗੁਰਦਿੱਤਾ ਜੀ ਨੂੰ ਦੇਖ ਕੇ ਸਤਿਗੁਰੂ ਜੀ ਦੇ ਮਨ ਦੇ ਵਿੱਚ ਚਾਉ ਪ੍ਰਾਪਤ ਹੋਇਆ ਤੇ ਨਾਲ ਹੀ ਬੇਨਤੀ ਕੀਤੀ, ਸਤਿਗੁਰੂ ਜੀ ਆ ਕਰਤਾਰਪੁਰ ਦੀ ਧਰਤੀ ਤੋਂ ਪੰਡਿਤ ਜੀ ਆਏ ਨੇ, ਬ੍ਰਾਹਮਣ ਜੀ ਆਏ ਨੇ, ਜੋ ਕਿ ਸਾਡੇ ਛੋਟੇ ਭਰਾਤਾ ਸੂਰਜ ਮੱਲ ਜੀ ਦੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਸਾਹਾ ਲਿਖ ਕੇ ਲੈ ਕੇ ਆਏ ਆ। ਉਹ ਵਿਆਹ ਆਨੰਦ ਕਾਰਜ ਦੀ ਤਰੀਕ ਲਿਖ ਕੇ ਆਏ ਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਪੰਡਿਤ ਦਾ ਬ੍ਰਾਹਮਣ ਦਾ ਪੂਰਨ ਸਤਿਕਾਰ ਕੀਤਾ। ਜੀ ਆਇਆ ਆਓ ਭਗਤ ਕੀਤੀ ਗਈ ਉਹਦੀ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਆ। ਉਸ ਵੇਲੇ ਸੰਗਤ ਵੀ ਨਾਲ ਸਤਿਗੁਰ ਦੇ ਦਰਸ਼ਨ ਕਰਨ ਵਾਸਤੇ ਪਹੁੰਚੀ ਆ ਤੇ ਜਦੋਂ ਸਤਿਗੁਰ ਦੀ ਕਿਰਪਾ ਹੋਈ, ਪਰਿਵਾਰ ਦੇ ਵਿੱਚ ਸਤਿਗੁਰ ਦੇ ਤਿੰਨੋਂ ਮਹਿਲਾਂ ਨੂੰ ਦੱਸਿਆ ਗਿਆ ਕਿ ਸੂਰਜ ਮੱਲ ਜੀ ਦੇ ਵਿਆਹ ਆਨੰਦ ਕਾਰਜ ਦਾ ਸਾਹਾ ਆਇਆ, ਆਉਣਾ ਕੀਤਾ। ਤਿੰਨੋਂ ਮਾਤਾਵਾਂ ਸਤਿਕਾਰਯੋਗ ਦਮੋਦਰੀ ਜੀ, ਮਹਾਦੇਵੀ ਜੀ ਔਰ ਨਾਨਕੀ ਜੀ ਬੜੇ ਆਨੰਦ ਪ੍ਰਾਪਤ ਕੀਤਾ, ਉਹਨੇ ਬੜੀ ਖੁਸ਼ੀ ਪ੍ਰਾਪਤ ਕੀਤੀ ਉਹਨਾਂ ਨੇ। ਉਸ ਵੇਲੇ ਸੰਗਤਾਂ ਦੇ ਵਿੱਚ ਪਤਾ ਲੱਗਿਆ, ਇਸ ਗੱਲ ਦਾ ਬੜਾ ਆਨੰਦ ਪ੍ਰਾਪਤ ਹੋਇਆ, ਖੁਸ਼ੀ ਪ੍ਰਾਪਤ ਹੋਈ ਹੈ। ਸਤਿਗੁਰੂ ਜੀ ਕਹਿੰਦੇ ਬਹੁਤ ਵਧੀਆ ਚੰਗਾ ਕਰਮ ਕੀਤਾ ਕਿ ਸੂਰਜ ਮੱਲ ਦੇ
ਵਿਆਹ ਆਨੰਦ ਕਾਰਜ ਦੇ ਸੰਬੰਧ ਦੇ ਵਿੱਚ ਸਾਹਾ ਲਿਖਿਆ ਗਿਆ, ਤਰੀਕ ਪੱਕੀ ਕੀਤੀ ਗਈ ਆ। ਵਿਸਾਖ ਦੇ ਮਹੀਨੇ ਵਿੱਚ 21 ਤਰੀਕ ਪੱਕੀ ਕਰ ਲਈ ਗਈ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਸਮਾਂ ਚੰਗਾ ਏ, ਨਾ ਤੇ ਬਹੁਤੀ ਗਰਮੀ ਹੋਵੇਗੀ ਤੇ ਨਾ ਬਹੁਤੀ ਸਰਦੀ। ਸਤਿਗੁਰੂ ਜੀ ਕਹਿੰਦੇ ਬਖਸ਼ਿਸ਼ ਰਹਿਮਤ ਹੋਵੇਗੀ ਗੁਰੂ ਨਾਨਕ ਦੇ ਮਾਰਗ ਦੀ ਇਸ ਕਾਰਜ ਦੇ ਵਿੱਚ। ਉਸ ਵੇਲੇ ਪੱਕਾ ਇਹ ਸਮਾਂ ਕੀਤਾ ਗਿਆ ਤੇ ਉਸ ਪੰਡਤ ਨੂੰ ਸਤਿਕਾਰ ਦੇ ਨਾਲ 3 ਦਿਨ ਤੱਕ ਆਪਣੇ ਸਨਮੁਖ ਸਤਿਗੁਰੂ ਜੀ ਨੇ ਰੱਖਿਆ ਤੇ ਇੱਕ ਅਸਥਾਨ, ਇੱਕ ਮਕਾਨ ਕਰ ਦੇ ਕੇ ਉਹਨਾਂ ਦੇ ਵਿੱਚ ਉਸ ਪੰਡਤ ਦਾ ਨਿਵਾਸ ਕੀਤਾ। ਪੂਰਨ ਤੌਰ ਤੇ ਉਹਨਾਂ ਦੀ ਆਓ ਭਗਤ ਕੀਤੀ। 3 ਦਿਨ ਤੱਕ ਉਹਨਾਂ ਦੇ ਜੋ ਵੀ ਵਿਚਾਰ ਸੀ, ਜਲ ਪਾਣੀ ਪ੍ਰਸ਼ਾਦੇ ਪਾਣੀ ਦੀ ਪੂਰਨ ਤੌਰ ਤੇ ਸਿੱਖਾਂ ਨੇ ਸੇਵਾ ਕੀਤੀ ਹੈ। ਹੁਣ ਏਦਾਂ ਕਿਰਪਾ ਰਹਿਮਤ ਵਰਤੀ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਤੇ ਕਹਿੰਦੇ ਇਧਰੋਂ ਪੰਡਤ ਨੂੰ ਤੀਜੇ ਦਿਨ ਬਾਅਦ ਮੋੜ ਦਿੱਤਾ ਕਰਤਾਰਪੁਰ ਦੀ ਧਰਤੀ ਤੇ, ਸੁਨੇਹਾ ਦੇ ਕੇ ਕਿ ਸਾਡੇ ਵੱਲੋਂ ਇਸ ਵਿਆਹ ਆਨੰਦ ਕਾਰਜ ਦੀ ਜੋ ਤਰੀਕ ਹੈ ਉਹ ਮੰਨ ਲਈ ਗਈ ਹੈ, ਪੱਕੀ ਕਰ ਦਿੱਤੀ ਗਈ ਹੈ। ਇਸੇ ਦਿਨ ਹੀ ਵਿਆਹ ਆਨੰਦ ਕਾਰਜ ਹੋਣਗੇ। ਤੇ ਹੁਣ ਕਹਿੰਦੇ ਇਸ ਤਰੀਕ ਦੇ ਵਿੱਚ ਕੁਝ ਕੁ ਦਿਨ ਬਾਕੀ ਰਹਿ ਗਏ ਨੇ। ਤੇ ਉਧਰੋਂ ਕਹਿੰਦੇ ਪ੍ਰੇਮ ਚੰਦ ਜੀ ਨੇ, ਉਹਨੇ ਵੀ ਆਪਣੇ ਪੂਰਨ ਤੌਰ ਤੇ ਜਦੋਂ ਪਤਾ ਲੱਗਿਆ ਸਤਿਗੁਰ ਨੇ ਪੱਕੀ ਤਰੀਕ ਕਰ ਦਿੱਤੀ ਹੈ, ਮੋਹਰ ਲਾ ਦਿੱਤੀ ਹੈ, ਤੇ ਉਹਨੇ ਵੀ ਬਸਤਾਂ ਇਕੱਤਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਨ ਵਿੱਚ ਖੁਸ਼ੀ ਹੈ, ਪ੍ਰੇਮ ਹੈ। ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ। ਹੌਲੀ ਹੌਲੀ ਦਿਨ ਬ ਦਿਨ ਕਰਦੇ ਕਰਦੇ ਉਹਨਾਂ ਨੇ ਬਸਤਾਂ ਇਕੱਤਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੋ ਵਿਆਹ ਆਨੰਦ ਕਾਰਜ ਦੇ ਸੰਬੰਧ ਦੇ ਵਿੱਚ ਵਸਤੂਆਂ ਚਾਹੀਦੀਆਂ ਸਨ, ਉਹ ਸਾਰੀਆਂ ਹੌਲੀ ਹੌਲੀ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਵਿਸਾਖ ਦੇ ਮਹੀਨੇ ਦੇ ਸੰਬੰਧ ਵਿੱਚ ਇੱਕ ਤੇ ਇਹ ਵਿਆਹ ਆਨੰਦ ਕਾਰਜ ਦੀ ਤਰੀਕ ਰੱਖ ਦਿੱਤੀ। ਦੂਜਾ, ਵਿਸਾਖ ਦੇ ਮਹੀਨੇ ਦੇ ਸੰਬੰਧ ਵਿੱਚ ਮੇਲੇ ਦੇ ਉੱਤੇ ਸੰਗਤਾਂ ਨੇ ਬੇਅੰਤ ਇਕੱਤਰ ਹੋਣਾ। ਉਹਦੇ ਸੰਬੰਧ ਦੇ ਵਿੱਚ ਕਹਿੰਦੇ ਸੰਗਤਾਂ ਜਿਉਂ-ਜਿਉਂ ਹੁੰਦੀਆਂ ਤਿਉਂ-ਤਿਉਂ ਆਨੰਦ ਪ੍ਰਾਪਤ ਹੁੰਦਾ। ਸੰਗਤਾਂ ਦੇ ਵਿੱਚ ਉਤਸ਼ਾਹ, ਸੰਗਤਾਂ ਦੇ ਵਿੱਚ ਖੁਸ਼ੀ ਦੋਨੀ ਚੌਣੀ ਪ੍ਰਾਪਤ ਹੋਈ। ਇੱਕ ਤੇ ਵਿਸਾਖ ਦੇ ਮਹੀਨੇ ਦਾ ਮੇਲਾ, ਦੂਜਾ ਸਤਿਕਾਰਯੋਗ ਸੂਰਜ ਮੱਲ ਜੀ, ਉਹਨਾਂ ਦੇ ਵਿਆਹ ਆਨੰਦ ਕਾਰਜ ਦੀ ਖੁਸ਼ੀ ਹੈ। ਹੁਣ ਜਿਵੇਂ ਜਿਵੇਂ ਪਤਾ ਲੱਗਿਆ ਕਹਿੰਦੇ ਤਿਵੇਂ ਸਤਿਗੁਰੂ ਜੀ ਨੇ ਆਪਣੇ ਸਾਧ ਸੰਬੰਧੀ ਰਿਸ਼ਤੇਦਾਰਾਂ ਦੇ ਵਿੱਚ ਸੁਨੇਹੇ ਮੈਸੇਜ ਘੱਲਣੇ ਸ਼ੁਰੂ ਕਰ ਦਿੱਤੇ ਨੇ। ਸਤਿਗੁਰੂ ਦੀ ਕਿਰਪਾ ਹੋਈ। ਉਸ ਵੇਲੇ ਜਾ ਕੇ ਸਤਿਗੁਰ ਦੇ ਸੇਵਕਾਂ ਨੇ, ਸਤਿਗੁਰ ਦੇ ਜਿਹੜੇ ਮਸੰਦ ਉਹਨਾਂ ਨੇ ਸੁਨੇਹੇ ਦੇਣੇ ਸ਼ੁਰੂ ਕਰ ਦਿੱਤੇ ਕਿ ਸਤਿਗੁਰ ਦੇ ਸਤਿਕਾਰਯੋਗ ਪੁੱਤਰ ਸੂਰਜ ਮੱਲ ਜੀ, ਉਹਨਾਂ ਦਾ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਸਤਿਗੁਰੂ ਜੀ ਨੇ ਸੰਗਤਾਂ ਨੂੰ ਦੂਰੋਂ ਦੂਰੋਂ ਮੈਸੇਜ ਭੇਜੇ ਨੇ ਤੇ ਸੰਗਤਾਂ ਆਉਣੀਆਂ ਵੀ ਸ਼ੁਰੂ ਹੋਈਆਂ। ਜਿਵੇਂ ਕਹਿੰਦੇ ਇਧਰ ਸਤਿਕਾਰਯੋਗ ਦਾਦੂ ਜੀ, ਉਹ ਵੀ ਕਹਿੰਦੇ ਆਉਣਾ ਕੀਤੇ, ਸਤਿਗੁਰੂ ਦੀ ਕਿਰਪਾ ਹੋਈ। ਗੋਇੰਦਵਾਲ ਦੀ ਧਰਤੀ ਤੋਂ ਕਾਫੀ ਸੰਗਤ ਆਉਣਾ ਕੀਤੀ ਹੈ। ਇਧਰੋਂ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ, ਮਤਲਬ ਖਡੂਰ ਦੀ ਧਰਤੀ ਤੋਂ ਸੰਗਤ ਆਉਣਾ ਸ਼ੁਰੂ ਕੀਤੀ ਹੈ। ਸਤਿਗੁਰ ਦੇ ਰਿਸ਼ਤੇਦਾਰ ਸਾਧ ਸੰਬੰਧੀ ਜਿੰਨੇ ਵੀ ਆਉਣੇ ਸ਼ੁਰੂ ਕੀਤੇ ਨੇ। ਇਧਰੋਂ ਮੱਲਾ ਨਗਰ ਤੇ ਸਤਿਗੁਰ ਦੀ ਕਿਰਪਾ ਹੋਈ ਡਰੋਲੀ ਨਗਰ ਤੋਂ, ਮੰਡਿਆਲੀ ਨਗਰ ਤੋਂ, ਮਊ ਨਗਰ ਹੈ, ਡੱਲਾ ਨਗਰ ਹੈ, ਬਟਾਲਾ ਨਗਰ ਹੈ। ਕਹਿੰਦੇ ਇਹਨਾਂ ਨਗਰਾਂ ਦੇ ਵਿੱਚੋਂ ਦੂਰੋਂ ਦੂਰੋਂ ਸੰਗਤਾਂ ਸਤਿਗੁਰ ਦੇ ਜਿਹੜੇ ਰਿਸ਼ਤੇਦਾਰ ਸਾਧ ਸੰਬੰਧੀ ਇਕੱਤਰ ਹੋਣੇ ਸ਼ੁਰੂ ਹੋ ਗਏ ਨੇ। ਹੁਣ ਕਿਉਂ ਕੁਝ ਕੁ ਦਿਨ ਬਾਕੀ ਹੈ ਵਿਆਹ ਆਨੰਦ ਕਾਰਜ ਦੀ ਤਰੀਕ ਦੇ ਵਿੱਚ। ਸਤਿਗੁਰ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਹੁਣ ਉਧਰ ਕਹਿੰਦੇ ਪ੍ਰੇਮ ਚੰਦ ਜੀ, ਉਹਨੇ ਵੀ ਕਹਿੰਦੇ ਇੱਕ ਪੰਡਤ ਨੂੰ, ਸੁਚੱਜੇ ਪੰਡਤ ਨੂੰ ਭੇਜ ਕੇ ਆਪਣੇ ਸਾਧ ਸੰਬੰਧੀ ਰਿਸ਼ਤੇਦਾਰਾਂ ਨੂੰ ਉਹਨਾਂ ਨੇ ਵੀ ਬੁਲਾਉਣਾ ਕੀਤਾ। ਸਤਿਗੁਰ ਦੀ ਕਿਰਪਾ ਹੋਈ। ਜਿੰਨੇ ਵੀ ਰਿਸ਼ਤੇਦਾਰ ਸਾਧ ਸੰਬੰਧੀ ਹੈ
ਉਹ ਸਾਰੇ ਕਹਿੰਦੇ ਸਤਿਗੁਰ ਦੇ ਕਿਰਪਾ ਦੇ ਨਾਲ ਇਕੱਤਰ ਹੋਣੇ ਸ਼ੁਰੂ ਹੋ ਗਏ, ਖੁਸ਼ੀਆਂ ਪ੍ਰਾਪਤ ਹੋਣੀਆਂ ਸ਼ੁਰੂ ਹੋ ਜਾਂਦੇ। ਇਧਰੋਂ ਕਹਿੰਦੇ ਸਤਿਗੁਰ ਦੇ ਸੇਵਕ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ, ਉਹ ਵੀ ਕਹਿੰਦੇ ਰਮਦਾਸ ਨਗਰ ਤੋਂ ਸਤਿਗੁਰ ਦੇ ਸਨਮੁਖ ਪਹੁੰਚੇ ਨੇ। ਆ ਦਰਸ਼ਨ ਦੀਦਾਰੇ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਏ। ਉਹਨਾਂ ਦੇ ਪੁੱਤਰ ਹਰੀ ਚੰਦ ਜੀ ਉਹ ਵੀ ਕਹਿੰਦੇ ਪਹੁੰਚੇ ਨੇ। ਸਤਿਗੁਰ ਦੀ ਕਿਰਪਾ ਰਹਿਮਤ ਹੋਈ ਹੈ। ਹੁਣ ਰੌਣਕਾਂ ਹੋਣੀਆਂ ਸ਼ੁਰੂ ਹੋਈਆਂ। ਸਤਿਗੁਰ ਦੀ ਕਿਰਪਾ ਹੋਏ, ਦਿਨ ਕਰਦਿਆਂ ਇਧਰ ਵੀ ਪਕਵਾਨ ਬਣਨੇ ਸ਼ੁਰੂ ਹੋ ਗਏ ਨੇ ਤੇ ਉਧਰ ਪ੍ਰੇਮ ਚੰਦ ਉਹਨਾਂ ਦੇ ਗ੍ਰਹਿ ਵਿਖੇ ਵੀ ਲੂਣੇ ਰਸਦਾਇਕ ਮਿੱਠੇ ਤੇ ਅਨੇਕ ਪ੍ਰਕਾਰ ਦੇ ਪਦਾਰਥ ਬਣਨੇ ਸ਼ੁਰੂ ਹੋਏ ਨੇ। ਵੱਡੇ ਪੱਧਰ ਤੇ ਜਲ ਪਾਣੀ ਪ੍ਰਸ਼ਾਦੇ ਪਾਣੀ ਤਿਆਰ ਕੀਤੇ ਜਾਂਦੇ ਨੇ ਤੇ ਸੰਗਤਾਂ ਛਕਦੀਆਂ ਆਨੰਦ ਪ੍ਰਾਪਤ ਕਰਦੀਆਂ, ਗੁਰੂ ਨਾਨਕ ਦੇ ਦਰ ਕਰਦੇ ਜਸ ਨੂੰ ਗਾਇਨ ਪਏ ਕਰਦੇ ਨੇ। ਸਤਿਗੁਰ ਦੀ ਕਿਰਪਾ ਰਹਿਮਤ ਹੋਈ ਤੇ ਸਮਾਂ ਬਤੀਤ ਹੁੰਦਾ ਗਿਆ। ਕਹਿੰਦੇ ਉਹ ਦਿਨ ਨਜ਼ਦੀਕ ਆ ਗਿਆ ਜਿਸ ਦਿਨ ਵਿਆਹ ਆਨੰਦ ਕਾਰਜ ਦੀ ਤਰੀਕ ਪੱਕੀ ਕੀਤੀ ਗਈ 21 ਵਿਸਾਖ ਨੂੰ। ਸਤਿਗੁਰ ਦੀ ਕਿਰਪਾ ਹੋਈ ਤੇ ਸਤਿਗੁਰੂ ਜੀ ਨੇ ਹੁਕਮ ਕੀਤਾ, ਆਏ ਹੋਏ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ, ਜਿੰਨੇ ਗੁਰੂ ਦੇ ਸੇਵਕ ਨੇ, ਸਤਿਗੁਰ ਨੇ ਹੁਕਮ ਕੀਤਾ, ਕਹਿੰਦੇ ਭਾਈ ਸੰਗਤੋ ਬਰਾਤ ਦੇ ਰੂਪ ਦੇ ਵਿੱਚ ਤਿਆਰ ਹੋ ਜਾਵੋ। ਅਨੇਕ ਪ੍ਰਕਾਰ ਦੇ ਰਥ ਤਿਆਰ ਕੀਤੇ ਜਾਣ, ਸਜਾਏ ਜਾਣ, ਘੋੜੇ ਤਿਆਰ ਕੀਤੇ ਜਾਣ, ਕਾਠੀਆਂ ਪਾਈਆਂ ਜਾਣ। ਜਿੰਨੀ ਵੀ ਸੰਗਤ ਆਈ, ਜਿੰਨੇ ਰਿਸ਼ਤੇਦਾਰ ਆਏ, ਬਰਾਤ ਦੇ ਰੂਪ ਦੇ ਵਿੱਚ ਤਿਆਰ ਹੋ ਜਾਓ। ਸਤਿਗੁਰ ਦੇ ਪੁੱਤਰ ਸੂਰਜ ਮੱਲ ਜੀ ਦੇ ਵਿਆਹ ਆਨੰਦ ਕਾਰਜ ਦੀ ਖੁਸ਼ੀ ਦੇ ਵਿੱਚ ਹੁਣ ਕਹਿੰਦੇ ਇਦਾਂ ਕਰਕੇ ਵਿਚਾਰ ਕੀਤੀ ਗਈ। ਉਸ ਵੇਲੇ ਤਿਆਰੀ ਕੀਤੀ ਗਈ। ਸਤਿਕਾਰਯੋਗ ਸੂਰਜ ਮੱਲ ਜੀ ਨੂੰ ਲਾੜੇ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ। ਬਾਕੀ ਬਰਾਤ ਦੇ ਰੂਪ ਦੇ ਵਿੱਚ ਰਿਸ਼ਤੇਦਾਰ ਸਾਕ ਸੰਬੰਧੀ ਤਿਆਰ ਹੋਏ ਨੇ ਤੇ ਸਾਰੇ ਤਿਆਰ ਬਰ ਤਿਆਰ ਹੋਏ। ਕਹਿੰਦੇ ਜਦੋਂ ਬਰਾਤ ਦੀ ਰਵਾਨਗੀ ਪ੍ਰਾਪਤ ਕੀਤੀ ਤੇ ਵੱਡੇ ਥਾਲ ਦੇ ਵਿੱਚ ਕਹਿੰਦੇ ਸਤਿਗੁਰ ਜੀ ਨੇ ਜਿੰਨੇ ਵੀ ਰਸਦਾਇਕ ਪਦਾਰਥ ਬਣੇ, ਲੂਣੇ ਫਿੱਕੇ ਸਵਾਦੀ ਮਿੱਠੇ, ਉਹ ਸਾਰੇ ਪਦਾਰਥਾਂ ਦਾ ਕਹਿੰਦੇ ਪਹਿਲਾਂ ਸਤਿਕਾਰ ਦੇ ਨਾਲ ਪੰਜ ਗੁਰੂ ਸਾਹਿਬਾਂ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਕੇ ਸਤਿਗੁਰ ਦੇ ਸਨਮੁਖ ਭੋਗ ਲਵਾਉਣ ਦਾ ਯਤਨ ਕੀਤਾ। ਸਤਿਗੁਰ ਦੀ ਕਿਰਪਾ ਹੋਈ। ਪਹਿਲਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਭੋਗ ਲਵਾਇਆ, ਫਿਰ ਇੱਧਰ ਦਰਬਾਰ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਗਈ ਹੈ। ਹੁਣ ਜਿੰਨੀ ਸੰਗਤ ਪਹੁੰਚੀ ਹੈ, ਜਿੰਨੇ ਬਰਾਤੀ ਪਹੁੰਚੇ ਨੇ, ਬਰਾਤ ਦੇ ਰੂਪ ਵਿੱਚ ਤਿਆਰ ਹੋਏ ਨੇ, ਸਾਰਿਆਂ ਨੇ ਪਹਿਲਾਂ ਕਹਿੰਦੇ ਸੁੰਦਰ ਨਿਰਮਲ ਖੂਹ ਦੇ ਜਲ ਦੇ ਨਾਲ ਇਸ਼ਨਾਨ ਕੀਤਾ। ਉਪਰੰਤ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ। ਤਿਆਰ ਬਰ ਤਿਆਰ ਹੋਏ ਨੇ। ਅਰਦਾਸ ਬੇਨਤੀ ਕਰਕੇ ਬਰਾਤ ਦੀ ਰਵਾਨਗੀ ਪ੍ਰਾਪਤ ਕੀਤੀ ਆ। ਉਸ ਵੇਲੇ ਸਤਿਗੁਰ ਦੇ ਪੁੱਤਰ ਅਣੀ ਰਾਏ ਜੀ ਉਹ ਨਾਲ ਕਹਿੰਦੇ ਸੂਰਜ ਮੱਲ ਦੇ ਨਾਲ ਪ੍ਰਾਪਤ ਹੋਏ ਨੇ ਤੇ ਉਸ ਤੋਂ ਉਪਰੰਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਛੋਟੀ ਜੀ ਅਵਸਥਾ ਦੇ ਵਿੱਚ ਹੈ, ਉਹ ਵੀ ਨਾਲ ਤਿਆਰ ਹੋਏ ਨੇ। ਇਧਰ ਸਤਿਗੁਰੂ ਜੀ ਦੇ ਪੋਤਰੇ ਸਤਿਗੁਰ ਦੀ ਕਿਰਪਾ ਰਹਿਮਤ ਹੋਈ, ਧੀਰ ਮੱਲ ਉਹ ਵੀ ਗੋਦੀ ਵਿੱਚ ਚੁੱਕੇ ਨੇ। ਬਾਬਾ ਗੁਰਦਿੱਤਾ ਜੀ ਦੇ ਉਹ ਵੀ ਤਿਆਰ ਬਰ ਤਿਆਰ ਹੋਏ ਨੇ। ਸਾਰੇ ਪਰਿਵਾਰ ਸਮੇਤ ਬਰਾਤ ਤਿਆਰ ਹੋਈ, ਲਾੜੇ ਸਮੇਤ। ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਤੇ ਕਹਿੰਦੇ ਇਦਾਂ ਕਰਕੇ ਤਿਆਰੀ ਕੀਤੀ ਗਈ। ਕਰਦੇ ਕਰਦੇ ਬਰਾਤ ਦੀ ਰਵਾਨਗੀ ਦੀ ਅਰਦਾਸ ਬੇਨਤੀ ਕੀਤੀ ਗਈ। ਕਰਤਾਰਪੁਰ ਦੀ ਧਰਤੀ ਨੂੰ ਉਸ ਵੇਲੇ ਤੁਰਨ ਲੱਗੇ ਨੇ ਤੇ ਸਤਿਗੁਰ ਦੀ ਕਿਰਪਾ ਹੋਈ। ਤੁਰਦੇ ਤੁਰਦੇ ਕਹਿੰਦੇ ਇਧਰ ਰਾਵੀ ਜਿਹੜਾ ਸਤਿਗੁਰ ਦੀ ਕਿਰਪਾ ਹੋਈ ਹੈ, ਇਧਰ ਦਰਿਆ ਪਾਰ ਕਰਕੇ ਕਰਤਾਰਪੁਰ ਦੀ ਧਰਤੀ ਤੇ ਜਾਣ ਵਾਸਤੇ ਸਤਿਗੁਰ ਦੀ ਸਿੱਖਾਂ ਨੇ, ਬਰਾਤ ਨੇ ਲਾੜੇ ਸਮੇਤ ਪ੍ਰਾਪਤੀ ਕੀਤੀ। ਉਤੇ ਦਰਿਆ ਦੇ ਕਿਨਾਰੇ ਪੜਾਓ ਕੀਤਾ ਇੱਕ
ਪੜਾਓ ਕਰਕੇ ਰਾਤ ਦੇ ਬਤੀਤ ਕਰਕੇ ਸਤਿਗੁਰੂ ਜੀ ਅਗਲੇ ਦਿਨ ਫੇਰ ਉਹ ਵਿਰਾਟ ਦੇ ਨਾਲ ਤੁਰੇ ਨੇ। ਜਦੋਂ ਕਰਤਾਰਪੁਰ ਦੀ ਧਰਤੀ ਦੇ ਨਜ਼ਦੀਕ ਪਹੁੰਚੇ, ਜਿੱਥੇ ਕਹਿੰਦੇ ਸ਼ੰਕਰ ਗੰਗ ਖੂਹ ਹੈ, ਉੱਥੇ ਸਾਰੇ ਸਿੱਖ ਸਮੇਤ ਸਤਿਗੁਰੂ ਜੀ ਪਹੁੰਚੇ ਨੇ। ਤੇ ਇਧਰੋਂ ਪ੍ਰੇਮ ਚੰਦ ਨੂੰ ਪਤਾ ਲੱਗਿਆ ਸਤਿਗੁਰੂ ਜੀ ਆਪ ਪਧਾਰੇ ਆ, ਲਾੜੇ ਸਮੇਤ ਬਰਾਤ ਆਈ ਹੈ। ਤੇ ਉਹਨਾਂ ਦੇ ਮਨ ਦੇ ਵਿੱਚ ਚਾਉ ਪ੍ਰਾਪਤ ਹੋਇਆ, ਸਤਿਗੁਰੂ ਜੀ ਆਏ ਨੇ। ਸਤਿਗੁਰੂ ਜੀ ਦਾ ਮਨ ਵਿੱਚ ਚਾਉ ਕਰਨਾ ਕੀਤਾ ਉਹਨਾਂ ਨੇ ਆਉਣ ਤੇ। ਧੰਨਵਾਦ ਸ਼ੁਕਰਾਨਾ ਕੀਤਾ ਕਿ ਸਤਿਗੁਰੂ ਜੀ ਨੇ ਸਾਡੇ ਨਗਰ ਦੇ ਵਿੱਚ ਆ ਚਰਨ ਪਾ ਕੇ ਸਾਡੇ ਲੜਕੀ ਦੇ ਵਿਆਹ ਆਨੰਦ ਕਾਰਜ ਆਪਣੇ ਪੁੱਤਰ ਸੂਰਜ ਮੱਲ ਜੀ ਨਾਲ ਕਰਾ ਕੇ ਤੇ ਸਾਡੀ ਪੁੱਤਰੀ ਨੂੰ ਉਹਨਾਂ ਦੇ ਚਰਨਾਂ ਦੀ ਦਾਸੀ ਬਣਾਉਣਾ ਕੀਤਾ। ਆਪ ਆਪਣੇ ਦਰਕਰ ਦੀ ਨੂੰਹ ਬਣਾਉਣ ਲੱਗੇ ਨੇ ਪੁੱਤਰੀ ਦੇ ਰੂਪ ਦੇ ਵਿੱਚ। ਉਸ ਵੇਲੇ ਗੁਰੂ ਪਿਆਰੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਇਦਾਂ ਕਰਕੇ ਸੰਗਤ ਪਹੁੰਚੀ ਹੈ। ਤੇ ਜਦੋਂ ਪਹੁੰਚੀ ਹੈ, ਜਿੰਨੇ ਵੀ ਉਸ ਨਗਰ ਦੇ ਮੋਤਬਾਰ ਲੋਕ ਨੇ, ਪ੍ਰੇਮ ਚੰਦ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ, ਬਾਕੀ ਜਿੰਨੀ ਬਰਾਤ ਉਹਨਾਂ ਦਾ ਪੁੱਤਰ ਸੂਰਜ ਮੱਲ ਜੀ ਲਾੜੇ ਦੇ ਰੂਪ ਦੇ ਵਿੱਚ ਹੈ, ਉਹ ਮੋਤਬਾਰ ਦੇ ਜਿੰਨੇ ਵੀ ਨਗਰ ਦੇ ਮੋਤਬਾਰ ਲੋਕ ਨੇ, ਉਹਨਾਂ ਨੂੰ ਬੇਨਤੀ ਕੀਤੀ ਤੁਸੀਂ ਚੱਲ ਕੇ ਸਤਿਗੁਰੂ ਜੀ ਦਾ ਸਤਿਕਾਰ ਕਰੋ। ਆਈ ਬਰਾਤ ਨੂੰ ਜੀ ਆਇਆਂ ਕੋ ਆਓ ਭਗਤ ਕਰੋ। ਉਹਨਾਂ ਦੇ ਜਲ ਪਾਣੀ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰੋ। ਪੂਰਨ ਤੌਰ ਤੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਏ। ਤੇ ਕਹਿੰਦੇ ਇੱਥੇ ਸ਼ੰਕਰ ਗੰਗ ਖੂਹ ਦੇ ਕੋਲ ਸਤਿਗੁਰੂ ਜੀ ਪਹੁੰਚੇ, ਉੱਥੇ ਰਾਤ ਬਤੀਤ ਕੀਤੀ ਹੈ। ਅਗਲੇ ਦਿਨ ਥੋੜਾ ਜਿਹਾ ਪੈਂਡਾ ਹੋਰ ਤੈਅ ਕਰਕੇ ਕਹਿੰਦੇ ਭਾਈ ਪ੍ਰੇਮ ਚੰਦ ਦੇ ਗ੍ਰਹਿ ਵਿਖੇ ਪਹੁੰਚੇ ਨੇ। ਸਾਰੀ ਸੰਗਤ ਨਾਲ ਦੀ ਨਾਲ ਗੁਰਬਾਣੀ ਦਾ ਜਾਪ ਵੀ ਕਰਦੀ ਹੈ। ਜਿਵੇਂ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਕਰਦੇ ਆ, ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰਬਾਣੀ ਦਾ ਜਾਪ ਕਰਕੇ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਕੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰ ਰਹੇ ਨੇ। ਹੋਰ ਦੂਣੀ ਚੌਣੀ ਖੁਸ਼ੀ ਪ੍ਰਾਪਤ ਹੋ ਰਹੀ ਹੈ। ਸਭ ਸੰਗਤ ਦੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਵਰਤ ਰਹੀਆਂ ਨੇ। ਹੁਣ ਸਤਿਗੁਰੂ ਜੀ ਇਹੋ ਸੰਗਤਾਂ ਦੇ ਉੱਤੇ ਬਖਸ਼ਿਸ਼ਾਂ ਵਰਤਾ ਰਹੇ ਨੇ, ਰਹਿਮਤਾਂ ਕਰਦੇ ਨੇ। ਦੁੱਖਾਂ ਪਾਪਾਂ ਦੇ ਵਰਖਾ ਦੇ ਵਿੱਚੋਂ ਇਹੋ ਸਤਿਗੁਰੂ ਦੀ ਮਦਦ ਸਹਾਇਤਾ ਪੇ ਕਰਦੇ ਨੇ। ਜਿਵੇਂ ਕਹਿੰਦੇ ਕੋਈ ਬਹੁਤੀ ਭਾਰੀ ਵਰਖਾ ਪ੍ਰਾਪਤ ਹੋਵੇ ਤੇ ਵਰਖਾ ਦੇ ਵਿੱਚ ਭਿੱਜਦੇ ਮਨੁੱਖ ਨੂੰ ਕਿਸੇ ਛੱਤ ਦਾ ਸਹਾਰਾ ਪ੍ਰਾਪਤ ਹੋ ਜੇ ਤੇ ਸਤਿਗੁਰੂ ਜੀ ਕਹਿੰਦੇ ਇਉਂ ਆਨੰਦ ਪ੍ਰਾਪਤ ਹੋ ਰਿਹਾ। ਦੁੱਖਾਂ ਦੀ ਸੰਸਾਰ ਦੇ ਵਿੱਚ ਕਲਯੁਗ ਦੀ ਤੱਤੀ ਹਵਾ ਦੀ ਵਰਖਾ ਦੀ ਮਾਰ ਜਦੋਂ ਪੈਂਦੀ, ਹੁਣ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੀ ਛਤਰ ਛਾਇਆ ਹੇਠ ਜਦੋਂ ਪ੍ਰਾਪਤੀ ਹੁੰਦੀ, ਆਨੰਦ ਬਖਸ਼ਿਸ਼ ਰਹਿਮਤ ਸਤਿਗੁਰ ਦਾ ਦੂਣਾ ਚੋਣਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਹੱਥ ਦੇ ਕੇ ਆਪਣੇ ਸਿੱਖਾਂ ਨੂੰ ਇਹਨਾਂ ਦੁੱਖਾਂ ਤੋਂ ਪਾਪਾਂ ਤੋਂ ਬਚਾ ਰਹੇ ਨੇ, ਬਖਸ਼ਿਸ਼ਾਂ ਰਹਿਮਤਾਂ ਕਰਦੇ ਨੇ। ਹੁਣ ਸੰਗਤ ਜਿਸ ਵੇਲੇ ਸਤਿਗੁਰ ਦੇ ਸਨਮੁਖ ਏਦਾਂ ਪਹੁੰਚੀ, ਬਰਾਤ ਦੇ ਰੂਪ ਦੇ ਵਿੱਚ ਇਕੱਤਰ ਹੋਏ ਨੇ। ਆਨੰਦ ਵੱਖਰਾ ਹੈ, ਸਤਿਗੁਰ ਦੀ ਕਿਰਪਾ ਰਹਿਮਤ ਵੱਖਰੀ ਹੈ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਿੱਥੇ ਜਿੱਥੇ ਸਤਿਗੁਰ ਦੀ ਸੰਗਤ ਸਤਿਗੁਰ ਦੇ ਸਮੇਤ ਬਿਰਾਜਮਾਨ ਹੁੰਦੀ ਹੈ, ਉੱਥੇ ਆਨੰਦ ਹੀ, ਉੱਥੇ ਸਤਿਗੁਰ ਦੀ ਬਖਸ਼ਿਸ਼ ਹੀ ਵੱਖਰੀ ਵਰਤਦੀ ਹੈ। ਉਹ ਸਥਾਨ, ਉਹ ਕਹਿੰਦੇ ਥਾਨ ਧਰਤੀ ਭਾਗਾਂ ਵਾਲੀ ਬਣ ਜਾਂਦੀ। ਜਿਵੇਂ ਸਤਿਗੁਰੂ ਜੀ ਦਾ ਫਰਮਾਨ ਹੈ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਕਹਿੰਦੇ ਉਹ ਥਾਨ ਸੁਹਾਵਨੇ ਹੋ ਜਾਂਦੇ ਨੇ, ਉਹਨਾਂ ਥਾਵਾਂ ਦੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਵਰਤਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕਹਿੰਦੇ ਉੱਥੇ ਜੰਗਲਾਂ ਦੇ ਵਿੱਚ ਵੀ ਮੰਗਲ ਲੱਗਣੇ ਸ਼ੁਰੂ ਹੋ ਜਾਂਦੇ ਨੇ। ਇਦਾਂ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਤਣੀ ਸ਼ੁਰੂ ਹੋ ਜਾਂਦੀ ਹੈ। ਤੇ ਕਰਤਾਰਪੁਰ ਦੀ ਧਰਤੀ ਤੇ ਸਤਿਗੁਰੂ ਜੀ ਪਹੁੰਚੇ ਨੇ। ਉਸ ਥਾਂ ਦਾ ਪੱਤਾ ਪੱਤਾ ਕਣੀ ਕਣੀ ਖੁਸ਼ੀ ਦੇ ਵਿੱਚ ਝੂਮ ਉੱਠਿਆ ਜਦੋਂ ਸਤਿਗੁਰੂ ਜੀ ਨੇ ਚਰਨ ਪਾਏ ਆ। ਫਿਰ ਦੇ ਕਹਿੰਦੇ
ਸੁੱਕੇ ਕਾਸ਼ਟ ਵੀ ਹਰੇ ਹੋ ਜਾਂਦੇ ਜਦੋਂ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਪਾ ਦੇਣ। ਆਪਣੇ ਚਰਨ ਕਮਲ ਪਵਾ ਕਰਕੇ ਧੰਤਾ ਜੋਗੋ ਸਥਾਨ ਨੂੰ ਬਣਾ ਦਿੰਦੇ ਸਤਿਗੁਰੂ ਜੀ। ਇਦਾਂ ਪ੍ਰਾਪਤੀ ਹੋਈ। ਪ੍ਰੇਮ ਚੰਦ ਦੇ ਮਨ ਵਿੱਚ ਬੜਾ ਆਨੰਦ ਹੈ, ਬੜੀ ਖੁਸ਼ੀ ਹੈ ਕਿ ਸਤਿਗੁਰੂ ਜੀ ਆਪਣੇ ਪੁੱਤਰ ਸੂਰਜ ਮਲ ਜੀ ਲਾੜੇ ਦੇ ਰੂਪ ਦੇ ਵਿੱਚ ਹੈ, ਬਾਕੀ ਸੰਗਤ ਬਰਾਤ ਦੇ ਰੂਪ ਦੇ ਵਿੱਚ ਉਹਨਾਂ ਨੇ ਜਿੰਨੇ ਆਨੰਦਦਾਇਕ ਰਸਦਾਇਕ ਪਦਾਰਥ ਤਿਆਰ ਕੀਤੇ ਨੇ ਬਰਾਤ ਦੇ ਸਤਿਕਾਰ ਦੇ ਵਿੱਚ ਉਹਨਾਂ ਨੂੰ ਛਕਾਉਣਾ ਕੀਤੇ। ਸਤਿਗੁਰ ਦੀ ਕਿਰਪਾ ਹੀ ਜਿਉਂ ਆਇਆ ਭਗਤ ਕੀਤੀ ਗਈ ਹੈ। ਤੇ ਸਤਿਗੁਰ ਦੇ ਜਿਹੜੇ ਉਸ ਵਕਤ ਕੁੜਮਚਾਰੀ ਨੇ ਪ੍ਰੇਮ ਚੰਦ ਜੀ, ਉਹ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਉਹਨਾਂ ਨੇ ਨਮਸਕਾਰ ਕੀਤੀ, ਲੰਮੇ ਪੈ ਕੇ ਸਤਿਕਾਰ ਕੀਤਾ ਸਤਿਗੁਰੂ ਜੀ ਦਾ। ਉਸ ਵੇਲੇ ਚਰਨਾਂ ਤੋਂ ਡਿੱਗੇ ਪਏ ਪ੍ਰੇਮ ਚੰਦ ਨੂੰ ਚੱਕ ਕੇ ਗਲਵਕੜੀ ਪਾਈ। ਸਤਿਗੁਰੂ ਜੀ ਕਹਿੰਦੇ, ਪ੍ਰੇਮ ਚੰਦ ਜੀ ਹੁਣ ਤੁਸੀਂ ਸਾਡੇ ਰਿਸ਼ਤੇਦਾਰ ਬਣ ਗਏ, ਸੰਬੰਧੀ ਬਣ ਗਏ ਹੋ, ਤੁਸੀਂ ਇਹ ਕੰਮ ਨਾ ਕਰੋ। ਕੁੜਮਾਚਾਰੀ ਦਾ ਤੁਹਾਡੇ ਨਾਲ ਸਾਡਾ ਸੰਬੰਧ ਬਣ ਚੁੱਕਿਆ। ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ, ਪ੍ਰੇਮ ਚੰਦ ਜੀ ਸਤਿਗੁਰੂ ਜੀ ਭਾਵੇਂ ਤੁਸੀਂ ਮੇਰੇ ਤੇ ਕਿਰਪਾ ਰਹਿਮਤ ਕਰ ਦਿੱਤੀ, ਗਰੀਬ ਦੇ ਉੱਤੇ ਬਖਸ਼ਿਸ਼ ਕਰ ਦਿੱਤੀ ਹੈ, ਮੈਨੂੰ ਐਡਾ ਵੱਡਾ ਆਦਰ ਮਾਣ ਸਤਿਕਾਰ ਬਖਸ਼ ਦਿੱਤਾ, ਪਰ ਮੇਰੀ ਜਿਹੜੀ ਥਾਂ ਹੈ ਤੁਹਾਡੇ ਚਰਨਾਂ ਦੇ ਵਿੱਚ ਹੀ ਹੈ। ਮੈਂ ਤੇ ਤੁਹਾਨੂੰ ਸਤਿਗੁਰੂ ਜੀ ਅੱਜ ਵੀ ਗੁਰੂ ਨਾਨਕ ਦਾ ਰੂਪ ਤਾਂ ਕਰਕੇ ਕਹਿੰਦੇ ਸਤਿਕਾਰ ਕਰਨਾ, ਤੁਹਾਡੇ ਸਨਮੁਖ ਝੁਕਣਾ ਕਰਦਾ ਏ, ਪਰ ਮੈਂ ਇਹ ਨਹੀਂ ਸਮਝਾਂਗਾ ਕਿ ਤੁਸੀਂ ਮੇਰੇ ਸੰਬੰਧੀ ਹੋ। ਮੈਂ ਤੁਹਾਨੂੰ ਰੱਬ ਦਾ ਰੂਪ ਸਮਝ ਕੇ ਤੁਹਾਡਾ ਸਤਿਕਾਰ ਇਸੇ ਤਰ੍ਹਾਂ ਬਰਕਰਾਰ ਰੱਖਾਂਗਾ। ਤੇ ਸਤਿਗੁਰੂ ਜੀ ਪ੍ਰੇਮ ਚੰਦ ਦੇ ਇਸ ਪ੍ਰੇਮ ਨੂੰ ਦੇਖ ਕੇ ਬਾਕੀ ਉਸਤਤ ਪਏ ਕਰਨ ਲੱਗੇ। ਸਤਿਗੁਰੂ ਜੀ ਕਹਿੰਦੇ, ਭਾਈ ਪ੍ਰੇਮ ਚੰਦ ਜੀ ਤੁਹਾਡਾ ਨਾਮ ਐਵੇਂ ਨਹੀਂ ਪ੍ਰੇਮ ਚੰਦ, ਕਹਿੰਦੇ ਤੁਹਾਡੇ ਦੇ ਉੱਤੇ ਸਤਿਗੁਰੂ ਦੀ ਕਿਰਪਾ ਰਹਿਮਤ ਵਰਤਦੀ ਗੁਰੂ ਨਾਨਕ ਦੇਵ ਮਹਾਰਾਜ ਦੀ। ਜਿਹੜਾ ਨਾਮ ਤੁਹਾਡਾ ਪ੍ਰੇਮ ਚੰਦ ਐਵੇਂ ਨਹੀਂ, ਕਹਿੰਦੇ ਤੁਹਾਡੇ ਹਿਰਦੇ ਵਿੱਚ ਗੁਰੂ ਨਾਨਕ ਦਰਕਾਰ ਦੇ ਪ੍ਰਤੀ ਪ੍ਰੇਮ ਹੈ, ਬਖਸ਼ਿਸ਼ ਰਹਿਮਤ ਹੈ। ਸਤਿਗੁਰੂ ਜੀ ਨੇ ਅਨੇਕ ਪ੍ਰਕਾਰ ਦੇ ਤਾਂ ਵਚਨ ਉਚਾਰਨ ਕੀਤੇ ਪ੍ਰੇਮ ਚੰਦ ਪ੍ਰਤੀ, ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਹੁਣ ਜਿੰਨੀ ਬਰਾਤ ਪਹੁੰਚੀ ਉਹਨਾਂ ਨੇ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਿਆ, ਬੜੇ ਲੰਮੇ ਪੈਂਡੇ ਸਫ਼ਰ ਨੂੰ ਤੈਅ ਕਰਕੇ ਕਰਤਾਰਪੁਰ ਦੀ ਧਰਤੀ ਤੇ ਇੱਥੇ ਪਹੁੰਚੇ ਨੇ, ਆਨੰਦ ਪ੍ਰਾਪਤ ਕੀਤੇ। ਸਤਿਗੁਰੂ ਦੀ ਕਿਰਪਾ ਰਹਿਮਤ ਵਰਦੀ ਹੈ, ਸਾਰੀ ਬਰਾਤ ਪਹੁੰਚੀ ਹੈ। ਤੇ ਉਸ ਵੇਲੇ ਇੰਨਾ ਪ੍ਰਬੰਧ ਕੀਤਾ ਪ੍ਰੇਮ ਚੰਦ ਵੱਲੋਂ ਪ੍ਰੇਮ ਦੇ ਵਸ ਦੇ ਵਿੱਚ ਹੋ ਕੇ ਕਿ ਸਾਰੀ ਸੰਗਤ ਗੁਰੂ ਨਾਨਕ ਦੇ ਦਰਕਾਰ ਦਾ ਜਸ ਪੇ ਗਾ ਰਹੀ ਹੈ, ਸਤਿਗੁਰੂ ਦੀ ਕਿਰਪਾ ਰਹਿਮਤ ਵਰਤ ਰਹੀ ਹੈ। ਉਸ ਵੇਲੇ ਇਦਾਂ ਇਹ ਬਰਾਤ ਅੰਮ੍ਰਿਤਸਰ ਦੀ ਧਰਤੀ ਤੋਂ ਕੂਚ ਕਰਕੇ ਰਸਤੇ ਵਿੱਚ ਪੜਾਓ ਕਰਦੇ ਕਰਦੇ ਇਸ ਅਸਥਾਨ ਤੇ ਪਹੁੰਚੀ ਹੈ। ਸਤਿਗੁਰੂ ਦੀ ਕਿਰਪਾ ਰਹਿਮਤ ਹੋਈ ਹੈ। ਤਾਂ ਤੇ ਆਓ ਪਿਆਰੀ ਸੰਗਤ ਦੀ ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਿਵੇਂ ਕਰਕੇ ਵਿਚਾਰ ਹੁੰਦੀ ਹੈ, ਕਿਵੇਂ ਜੋ ਸਤਿਕਾਰਯੋਗ ਸਤਿਗੁਰ ਦੇ ਪੁੱਤਰ ਸੂਰਜ ਮਲ ਜੀ ਉਹਨਾਂ ਦੇ ਵਿਆਹ ਆਨੰਦ ਕਾਰਜ ਹੁੰਦੇ ਨੇ, ਤੇ ਉਧਰੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੀ ਛੋਟੀ ਜੀ ਅਵਸਥਾ ਦੇ ਵਿੱਚ ਹੈ, ਤੇ ਉਹਦੇ ਪ੍ਰਤੀ ਵੀ ਕਹਿੰਦੇ ਇਸੇ ਵਿਆਹ ਆਨੰਦ ਕਾਰਜ ਦੇ ਵਿੱਚ ਉਹਨਾਂ ਦੇ ਵਿਆਹ ਆਨੰਦ ਕਾਰਜ ਦੀ ਵੀ ਗੱਲਬਾਤ ਚੱਲੇਗੀ, ਤੇ ਸਤਿਗੁਰ ਦੀ ਕਿਵੇਂ ਕਿਰਪਾ ਰਹਿਮਤ ਵਰਤੇਗੀ। ਇਧਰੋਂ ਸੂਰਜ ਮਲ ਜੀ ਦੇ ਵਿਆਹ ਆਨੰਦ ਕਾਰਜ ਕਿਵੇਂ ਹੁੰਦੇ ਆ, ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਪਿਆਰਿਓ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਵਿਚਾਰ ਕਰਦੇ ਆਂ, ਕਥਾ ਕਰਦੇ ਆਂ। ਅਨੇਕ ਪ੍ਰਕਾਰ ਦੀਆਂ तमाम ਗਲਤੀਆਂ, ਅੱਖਰ ਵਾਧਾ ਘਾਟਾ ਸਤਿਗੁਰੂ ਜੀ ਭੁੱਲ ਚੁੱਕ ਮਾਫ ਕਰਨ, ਅੱਗੇ ਤੋਂ ਸਮਰਥ ਬਖਸ਼ਣ, ਬਾਣੀ ਪੜਨ ਸੁਣਨ ਦੀ, ਕਥਾ ਵਿਚਾਰ ਕਰਨ ਦੀ ਸਤਿਗੁਰੂ ਦੀ ਬਲ ਬੁੱਧੀ ਸਮਰੱਥਾ ਬਖਸ਼ਣ। ਆਪ ਸੰਗਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣ, ਆਪ ਸੰਗਤ ਨੂੰ ਸਤਿਗੁਰੂ ਜੀ ਦਰ ਕਰ ਦੇ ਨਾਲ ਜੋੜਨ, ਐਸੀ ਕਿਰਪਾ ਰਹਿਮਤ ਸਤਿਗੁਰੂ ਜੀ ਸਭ ਤੇ ਵਰਤਾ ਦੇਣ। ਤਾਂ ਤੇ ਆਓ